ਵੈਲਕਮ 10th ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ। ਅੱਜ ਸ਼ੀਟ ਨੰਬਰ 10 ਕਰ ਰਹੇ ਹਾਂ ਆਪਾਂ ਬੇਟਾ। ਤੇ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਪਹਿਲੇ ਜਿਹੜੇ ਸ਼ੀਟ 9 ਤੱਕ ਦੀਆਂ ਵੀਡੀਓਜ਼ ਨੇ ਉਹ ਦੇਖ ਲੀਆਂ ਹੋਣਗੀਆਂ ਤੇ ਤੁਹਾਨੂੰ ਉਹ ਬਹੁਤ ਅੱਛੀ ਤਰ੍ਹਾਂ ਸਮਝ ਵੀ ਆ ਗਈਆਂ ਹੋਣਗੀਆਂ। ਤਾਂ ਬੇਟੇ ਆਪਾਂ ਬਿਨਾਂ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਐਕਟੀਵਿਟੀ ਡੇ 35। ਇਸ ਤੋਂ ਪਹਿਲਾਂ ਕਿ ਤੁਸੀਂ ਕੰਮ ਸ਼ੁਰੂ ਕਰੋ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਨੂੰ ਸਬਸਕ੍ਰਾਈਬ ਕਰੋ ਬੇਟਾ। ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਉਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਿਉਂਕਿ ਤੁਹਾਡੇ ਇੱਕ ਲਾਈਕ ਦੇ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਕਿ ਮੈਂ ਹੋਰ ਨਵੀਆਂ ਵੀਡੀਓਜ਼ ਨਵੀਂ ਟੈਕਨੀਕ ਦੇ ਨਾਲ ਬਣਾਵਾਂ। ਠੀਕ ਹੈ ਬੇਟੇ, ਤਾਂ ਚਲੋ ਸਟਾਰਟ ਕਰਦੇ ਹਾਂ। ਹਾਂਜੀ, ਇਹਦੇ ਵਿੱਚ ਡੇ 35 ਦੇ ਵਿੱਚ ਉਹਨੇ ਕਿਹਾ ਬਾਏ ਕੰਪੇਅਰਿੰਗ 3x plus 5y equal to 7 and 4x minus 3y equal to 8 with these two equations what we get, ਸਾਨੂੰ ਕੀ ਪ੍ਰਾਪਤ ਹੁੰਦਾ। ਤਾਂ ਉਹਨੇ ਇੱਥੇ ਐਗਜ਼ਾਮਪਲ ਨੂੰ ਸੋਲਵ ਵੀ ਕਰਤਾ ਇਹਨਾਂ ਨੂੰ। ਤਾਂ ਕਿੱਦਾਂ ਇਹਨਾਂ ਨੂੰ ਆਪਾਂ ਕੰਪੇਅਰ ਕਰਨਾ ਹੈ ਬੱਚੇ, ਦੇਖੋ ਮੈਂ ਫਸਟ ਇਕੁਏਸ਼ਨ ਲਿਖ ਲਈ ਅਤੇ ਜਿਹਦੇ ਨਾਲ ਇਹਨੂੰ ਕੰਪੇਅਰ ਕਰਨਾ ਹੈ ਮੈਂ ਉਹ ਵੀ ਲਿਖ ਲਿਆ। ਅਤੇ ਇਹਦੇ ਵਿੱਚ ਆਪਾਂ ਦੇਖਣਾ ਹੈ ਕਿ ਜਿਹਦੇ ਨਾਲ ਕੰਪੇਅਰ ਕਰ ਰਹੇ ਹਾਂ ਜੇ ਉਹਦਾ ਕੌਂਸਟੈਂਟ ਟਰਮ ਰਾਈਟ ਸਾਈਡ 'ਤੇ ਹੈ ਤਾਂ ਆਪਣੀ ਕੌਂਸਟੈਂਟ ਟਰਮ ਵੀ ਰਾਈਟ ਸਾਈਡ 'ਤੇ ਹੋਣੀ ਚਾਹੀਦੀ ਹੈ। ਅਤੇ ਜੇ ਆਪਣੀ ਜਿਹੜੀ ਇਕੁਏਸ਼ਨ ਜਿਹਦੇ ਨਾਲ ਕੰਪੇਅਰ ਕਰਨਾ ਚਾਹੁੰਦੇ ਹਾਂ ਉਹਦੀ ਕੌਂਸਟੈਂਟ ਟਰਮ ਲੈਫਟ ਸਾਈਡ 'ਤੇ ਹੈ ਤਾਂ ਆਪਾਂ ਵੀ ਆਪਣੀ ਕੌਂਸਟੈਂਟ ਟਰਮ ਨੂੰ ਲੈਫਟ ਸਾਈਡ 'ਤੇ ਕਰ ਲੈਣਾ। ਹੁਣ ਇਹ ਜਿਹੜੀਆਂ ਸੀਗੀਆਂ ਬਿਲਕੁਲ ਸਹੀ ਬਣੀਆਂ ਹੋਈਆਂ ਨੇ। ਤਾਂ A1 ਕਿੰਨੀ ਹੈ 3, B2 ਕਿੰਨੀ ਹੈ 5 ਅਤੇ C1 ਕਿੰਨੀ ਹੈ 7। ਕਲੀਅਰ ਹੋ ਗਿਆ ਬੇਟੇ। ਤਾਂ ਹੁਣ ਇਹਦੀ ਸੈਕਿੰਡ ਐਗਜ਼ਾਮਪਲ 4x ਮਾਈਨਸ 3y ਇਜ਼ ਇਕੁਅਲ ਟੂ 8 ਹੈ ਬੇਟੇ। ਇਹਨੂੰ ਆਪਾਂ ਕਿਹਦੇ ਨਾਲ ਕੰਪੇਅਰ ਕਰਨਾ ਹੈ, ਕਿਹਦੇ ਨਾਲ ਇਹਦੀ ਤੁਲਨਾ ਕਰਨੀ ਹੈ, ਉਹ ਵੀ ਬਿਲਕੁਲ ਸਹੀ ਦਿੱਤਾ ਹੋਇਆ। ਤਾਂ ਹੁਣ ਤੁਲਨਾ ਕਰ ਦਿਓ। A2 ਪਤਾ ਲੱਗ ਗਿਆ ਤੁਹਾਨੂੰ 4 ਹੈ, B2 ਪਤਾ ਲੱਗ ਗਿਆ ਮਾਈਨਸ ਦਾ 3 ਹੈ ਅਤੇ C2 ਕਿੰਨਾ ਹੈ 8। ਅਤੇ ਆਪਾਂ ਹੁਣ ਨਾਲ ਦੀ ਨਾਲ ਹੀ ਇਹਦੀ ਹੋਮ ਅਸਾਈਨਮੈਂਟ ਵੀ ਕਵਰ ਕਰ ਲਾਂਗੇ। ਹਾਂਜੀ ਬੱਚੇ, ਹੋਮ ਅਸਾਈਨਮੈਂਟ ਦੇ ਵਿੱਚ ਆਪਣੇ ਕੋਲ ਕੀ ਪੁੱਛ ਰਿਹਾ ਹੈ, ਬਾਏ ਕੰਪੇਅਰਿੰਗ ਦਿਸ ਇਕੁਏਸ਼ਨ ਐਂਡ ਦਿਸ ਇਕੁਏਸ਼ਨ ਵਿਦ ਦੀਜ਼ ਇਕੁਏਸ਼ਨਸ ਆਪਾਂ ਇਹ ਵਾਲੀਆਂ ਰੇਸ਼ੋਜ਼ ਫਾਈਂਡ ਕਰਨੀਆਂ ਨੇ। ਠੀਕ ਹੈ, ਇਹ ਆਪਾਂ ਨੇ A1 ਨੂੰ ਬਟੇ A2, B1 ਬਟੇ B2, C1 ਬਟੇ C2 ਇਹ ਤਿੰਨੋਂ ਚੀਜ਼ਾਂ ਨੇ ਜਿਹੜੀਆਂ ਇਹ ਪਤਾ ਕਰਨੀਆਂ ਨੇ। ਹਾਂਜੀ, ਪਹਿਲਾਂ ਆਪਾਂ ਇਹਨਾਂ ਨੂੰ ਕੰਪੇਅਰ ਕਰੀਏ। ਇਹਦੇ ਵਿੱਚ ਦੇਖੋ ਜਿਹੜੀ ਕੌਂਸਟੈਂਟ ਟਰਮ ਹੈ ਉਹ ਲੈਫਟ ਸਾਈਡ 'ਤੇ ਹੈ, 8 ਜਿਹੜਾ ਲੈਫਟ ਸਾਈਡ 'ਤੇ ਹੈ। ਉਹ ਜਿਹਦੇ ਨਾਲ ਇਹਨੂੰ ਕੰਪੇਅਰ ਕਰਨਾ ਬੱਚੇ ਆਪਾਂ ਉਹ ਉੱਧਰ ਰਾਈਟ ਸਾਈਡ 'ਤੇ ਹੈ। ਦੇਖੋ ਇਹ ਰਾਈਟ ਸਾਈਡ 'ਤੇ ਹੈ, ਇਹਨੂੰ ਆਪਾਂ ਇੱਧਰਲੀ ਸਾਈਡ ਲੈ ਕੇ ਆਵਾਂਗੇ। ਹੁਣ ਇਹਨੂੰ ਕੰਪੇਅਰ ਕਰੋ। ਦੇਖੋ ਇਹਦੇ ਦੋ ਹੀ ਢੰਗ ਨੇ ਬੇਟਾ। ਹੁਣ ਜਾਂ ਤਾਂ ਆਪਾਂ ਇਹਨੂੰ ਇੱਧਰ ਲੈ ਕੇ ਆਵਾਂਗੇ ਜਾਂ ਫਿਰ ਜਿਸ ਟਾਈਪ ਨਾਲ ਇਹਨੇ ਦਿੱਤਾ ਹੈ ਤਾਂ ਇਸ 8 ਨੂੰ ਆਪਾਂ ਦੂਸਰੇ ਪਾਸੇ ਲੈ ਜਾਵਾਂਗੇ। ਠੀਕ ਹੈ, ਉਹ ਮੈਂ ਲਿਖ ਕੇ ਦਿਖਾ ਦਿੰਦੀ ਹਾਂ ਤੁਹਾਨੂੰ। ਜਦੋਂ ਆਪਾਂ ਦੇਖਿਆ ਕਿ ਜਿਹਦੇ ਨਾਲ ਕੰਪੇਅਰ ਕਰ ਰਹੇ ਹਾਂ ਉਹਦੇ ਵਿੱਚ ਕੌਂਸਟੈਂਟ ਰਾਈਟ ਸਾਈਡ 'ਤੇ ਹੈ ਤਾਂ ਆਪਾਂ ਆਪਣੀ ਗਿਵਨ ਇਕੁਏਸ਼ਨ ਦੇ ਕੌਂਸਟੈਂਟ ਨੂੰ ਵੀ ਅਚਲ ਨੂੰ ਵੀ ਦੂਜੀ ਸਾਈਡ ਲੈ ਜਾਵਾਂਗੇ। ਦੇਖੋ ਇੱਦਾਂ ਵੀ ਕਰ ਸਕਦੇ ਹੋ। ਕੰਪੇਅਰ ਕਰ ਲਓ ਬੇਟਾ। A1 ਕਿੰਨਾ ਆਇਆ 5, ਦੇਖੋ ਇੱਥੇ B1 ਕਿੰਨਾ ਆਇਆ ਮਾਈਨਸ ਦਾ 4 ਅਤੇ C1 ਕਿੰਨਾ ਆਇਆ ਮਾਈਨਸ ਦਾ 8। ਹੁਣ ਇੱਦਾਂ ਹੀ ਆਪਾਂ ਸੈਕਿੰਡ ਇਕੁਏਸ਼ਨ ਨੂੰ ਤੁਲਨਾ ਕਰਾਂਗੇ ਉਹਦੀ। ਇਹਦੇ ਵਿੱਚ ਵੀ ਆਪਾਂ 9 ਨੂੰ ਦੂਸਰੀ ਸਾਈਡ ਲੈ ਜਾਵਾਂਗੇ। ਇਹਨੂੰ ਆਪਾਂ A2x B2y ਬਰਾਬਰ C2 ਨਾਲ ਕੰਪੇਅਰ ਕਰਨਾ। ਤਾਂ A2 ਕਿੰਨਾ ਆ ਰਿਹਾ ਬੇਟਾ, ਤਾਂ A2 ਆਪਣੇ ਕੋਲ ਆ ਰਿਹਾ ਦੇਖੋ ਇੱਧਰ 7। B2 ਕਿੰਨਾ ਆ ਰਿਹਾ ਬੱਚੇ 6 ਅਤੇ C2 ਕਿੰਨਾ ਆ ਰਿਹਾ ਆਪਣੇ ਕੋਲ 9। ਅਤੇ ਆਪਾਂ ਨੂੰ ਤਾਂ ਇਹਨੇ ਕੁਐਸਚਨ ਦੇ ਵਿੱਚ ਬਟਿਆਂ 'ਚ ਰੱਖਣ ਲਈ ਕਿਹਾ ਸੀ ਤਾਂ ਆਪਾਂ ਉਹ ਫਾਈਂਡ ਕਰ ਦਾਂਗੇ ਕਿਉਂਕਿ ਹੁਣ ਆਪਾਂ ਵੈਲਿਊਜ਼ ਕੱਢ ਚੁੱਕੇ ਹਾਂ, ਹੈ ਨਾ ਜੀ। ਤਾਂ A1 ਬਟੇ A2, A1 ਹੈਗਾ ਆਪਣੇ ਕੋਲ 5 ਅਤੇ A2 ਹੈਗਾ 7। ਤਾਂ ਇਹ ਪਹਿਲੀ ਆਪਣੇ ਕੋਲ ਅਨੁਪਾਤ ਆ ਗਈ। ਦੂਸਰੇ ਦੇ ਵਿੱਚ B1 ਬਟੇ B2 ਕੱਢਣਾ ਹੈ। B1 ਆਪਣੇ ਕੋਲ ਮਾਈਨਸ ਦਾ 4 ਹੈ ਅਤੇ B2 ਆਪਣੇ ਕੋਲ 6 ਹੈ। ਇਹ ਆਪਾਂ ਦੂਸਰਾ ਅਨੁਪਾਤ ਵੀ ਕੱਢਤਾ। C1 ਬਟੇ C2 ਹੈ ਜਿਹੜਾ C1 ਹੈਗਾ ਆਪਣੇ ਕੋਲ ਮਾਈਨਸ ਦਾ 8
ਤੇ C2 ਹੈਗਾ 9। ਤਾਂ ਆਪਾਂ ਇਹ ਵਾਲਾ ਅਨੁਪਾਤ ਵੀ ਫਾਈਂਡ ਕਰਤਾ। ਤਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਬੱਚੇ ਇਹ, ਹੈ ਨਾ, ਵਧੀਆ ਤਰੀਕੇ ਨਾਲ। ਜੇ ਕੁਝ ਕਨਫਿਊਜ਼ਨ ਹੋਈ ਹੈ ਤਾਂ ਵੀਡੀਓ ਨੂੰ ਥੋੜ੍ਹਾ ਬੈਕ ਲੈ ਜਾਓ, ਦੁਬਾਰਾ ਦੇਖ ਲਓ ਕੁਐਸਚਨ, ਠੀਕ ਹੈ। ਅਤੇ ਮੈਨੂੰ ਕੌਮੈਂਟ ਸੈਕਸ਼ਨ ਦੇ ਵਿੱਚ ਵੀ ਦੱਸਿਓ ਕਿ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਵੀਡੀਓਜ਼, ਅਤੇ ਹੋਰ ਤੁਸੀਂ ਕਿਹੜੇ ਚੈਪਟਰ ਦੀ ਵੀਡੀਓ ਦੇਖਣਾ ਚਾਹੁੰਦੇ ਹੋ, ਵੀ ਕਿਹੜਾ ਚੈਪਟਰ ਮੈਂ ਬਣਾਵਾਂ ਅਗਲੀ ਵੀਡੀਓ ਦੇ ਵਿੱਚ, ਠੀਕ ਹੈ, ਮੈਨੂੰ ਦੱਸਿਓ ਬੇਟਾ। ਹਾਂਜੀ, ਡੇ 36 'ਤੇ ਇਹ ਆਪਣੇ ਕੋਲੇ ਰੂਲ ਨੇ ਬੇਟੇ, 3 ਨਿਯਮ ਨੇ। ਇਹ 3 ਨਿਯਮ ਜੇ ਤੁਸੀਂ ਯਾਦ ਕਰ ਲਓਗੇ ਤਾਂ 3rd ਚੈਪਟਰ ਜਿਹੜਾ ਆਪਣਾ ਹੈ ਬੇਟਾ ਜੀ 10th ਦਾ, ਤਾਂ ਉਹਦੇ ਵਿੱਚ ਤੁਹਾਨੂੰ ਬਹੁਤ ਆਸਾਨੀ ਰਹੂਗੀ। ਹੁਣ ਦੇਖੋ ਆਪਾਂ ਨੇ ਜਿਹੜੇ ਅਨੁਪਾਤ ਕੱਢੇ ਸੀਗੇ, ਜਿਹੜੀਆਂ ਰੇਸ਼ੋ ਕੱਢੀਆਂ ਸੀ, ਜਾਂ ਜਿਹੜੇ ਆਪਾਂ A1/A2 B1/B2 C1/C2 ਕੰਪੇਅਰ ਕਰਕੇ ਲਿਖੇ ਸੀ, ਉਹਨਾਂ ਦੇ ਨਾਲ ਹੀ ਇਹ ਰੂਲਸ ਬਣ ਰਹੇ ਨੇ। ਇਹਦੇ ਵਿੱਚ ਦੇਖੋ, ਜੇ ਪਹਿਲੇ 2 ਅਨੁਪਾਤ ਬਰਾਬਰ ਨੇ, ਤੀਜਾ ਬਰਾਬਰ ਨਹੀਂ ਹੈਗਾ, ਤਾਂ ਸਮੀਕਰਨਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ, ਨੋ ਸੋਲਿਊਸ਼ਨ ਹੁੰਦਾ, ਠੀਕ ਹੈ। ਜੇ ਤਿੰਨੋਂ ਹੀ ਬਰਾਬਰ ਨੇ ਤਾਂ ਇਸ ਦੇ ਅਨੇਕਾਂ ਹੱਲ ਹੁੰਦੇ ਨੇ, ਇਨਫਿਨਿਟ ਸੋਲਿਊਸ਼ਨ। ਜੇ ਪਹਿਲੇ 2 ਵੀ ਬਰਾਬਰ ਨਹੀਂ ਹੈਗੇ ਅਤੇ 3rd ਵਨ ਵੀ ਬਰਾਬਰ ਨਹੀਂ ਹੈਗਾ, ਤਾਂ ਸਮੀਕਰਨਾਂ ਦਾ ਇੱਕ ਵਿਲੱਖਣ ਹੱਲ ਹੁੰਦਾ, ਯੂਨੀਕ ਸੋਲਿਊਸ਼ਨ ਹੁੰਦਾ। ਤਾਂ ਇਹ ਬੇਟੇ ਆਪਾਂ ਨੂੰ ਇੱਕ ਆਨਸਰ ਦਿੱਤਾ ਹੋਇਆ, ਇਹਦੇ ਹੋਰ ਵੀ ਆਨਸਰ ਬਣ ਸਕਦੇ ਨੇ। ਜੇ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਜਿਹੜੀਆਂ ਲਾਈਨਸ ਨੇ, ਜਦੋਂ ਆਪਾਂ ਇਹਨਾਂ ਦਾ ਗ੍ਰਾਫ ਬਣਾਵਾਂਗੇ ਤਾਂ ਉਹ ਪੈਰਲਲ ਬਣਨਗੀਆਂ, ਮਤਲਬ ਸਮਾਨਾਂਤਰ ਬਣਨਗੀਆਂ। ਜੇ ਅਨੇਕਾਂ ਹੱਲ ਨੇ ਤਾਂ ਜਦੋਂ ਆਪਾਂ ਉਹਨਾਂ ਦਾ ਗ੍ਰਾਫ ਬਣਾਵਾਂਗੇ ਤਾਂ ਉਹ ਸੰਪਾਤੀ ਲਾਈਨਸ ਬਣਨਗੀਆਂ, ਠੀਕ ਹੈ, ਕੋਇਨਸੀਡੈਂਟ ਲਾਈਨਸ ਬਣਨਗੀਆਂ। ਜੇ ਉਹਨਾਂ ਦਾ ਹੱਲ ਵਿਲੱਖਣ ਹੈ ਤਾਂ ਉਹ ਕਾਟਵੀਆਂ ਰੇਖਾਵਾਂ ਬਣਨਗੀਆਂ ਜਦੋਂ ਉਹਨਾਂ ਦਾ ਗ੍ਰਾਫ ਬਣਾਵਾਂਗੇ, ਮਤਲਬ ਇੰਟਰਸੈਕਟਿੰਗ ਲਾਈਨਸ ਬਣਨਗੀਆਂ, ਠੀਕ ਹੈ ਜੀ। ਇਸ ਤੋਂ ਇਲਾਵਾ 3rd ਵਨ ਆਪਾਂ ਕਿਸ ਤਰ੍ਹਾਂ ਆਨਸਰ ਦੇਖ ਸਕਦੇ ਹਾਂ, ਜਦੋਂ ਅਨੇਕਾਂ ਹੱਲ ਆਉਂਦੇ ਨੇ ਅਤੇ ਵਿਲੱਖਣ ਹੱਲ ਆਉਂਦੇ ਨੇ ਤਾਂ ਉਸ ਹੱਲ ਨੂੰ ਆਪਾਂ ਸੰਗਤ ਹੱਲ ਕਹਿੰਦੇ ਹੁੰਦੇ ਹਾਂ। ਇਹਦੇ ਵਿੱਚ ਵੀ ਸੰਗਤ ਹੱਲ ਕਹਿੰਦੇ ਹੁੰਦੇ ਹਾਂ। ਇੰਗਲਿਸ਼ ਦੇ ਵਿੱਚ ਬੋਲਾਂਗੇ ਤਾਂ ਆਪਾਂ ਇਹਨੂੰ ਕੰਸਿਸਟੈਂਟ ਕਹਿੰਦੇ ਹੁੰਦੇ ਹਾਂ। ਤਾਂ ਇੱਥੇ ਜਦੋਂ ਕੋਈ ਵੀ ਹੱਲ ਨਹੀਂ ਆਉਂਦਾ ਤਾਂ ਆਪਾਂ ਇਹਨੂੰ ਅਸੰਗਤ ਹੱਲ ਕਹਿੰਦੇ ਹੁੰਦੇ ਹਾਂ, ਠੀਕ ਹੈ। ਤਾਂ ਆਪਾਂ ਨੇ ਦੇਖਿਆ ਕਿ ਇੱਕ ਤਰ੍ਹਾਂ ਨਾਲ ਲਿਖਣ ਦੇ ਜਿਹੜੇ ਆਨਸਰ ਨੇ ਉਹ 3 ਤਰ੍ਹਾਂ ਨਾਲ ਆਪਾਂ ਦੇ ਸਕਦੇ ਹਾਂ। ਇਕੁਏਸ਼ਨ ਦਾ ਹੱਲ ਕਿਸ ਤਰ੍ਹਾਂ ਦਾ ਹੈ, ਜੇ ਉਹਦਾ ਗ੍ਰਾਫ ਬਣਾਉਂਦੇ ਆ ਤਾਂ ਹੱਲ ਕਿਸ ਤਰ੍ਹਾਂ ਦਾ ਹੈ, ਸੰਗਤ ਹੈ ਜਾਂ ਅਸੰਗਤ ਹੈ। ਇਸ ਤਰ੍ਹਾਂ ਦੇ ਆਪਾਂ 3 ਟਾਈਪ ਦੇ ਆਨਸਰ ਦੇ ਸਕਦੇ ਹਾਂ। ਹਾਂਜੀ ਬੇਟੇ, ਇਸ ਤੋਂ ਬਾਅਦ ਆਪਾਂ ਅਗਲਾ ਕੁਐਸਚਨ ਪੜ੍ਹਦੇ ਹਾਂ। ਇਹਨੇ ਕੀ ਪੁੱਛਿਆ, ਚੈੱਕ ਦਾ ਗਿਵਨ ਇਕੁਏਸ਼ਨ have either unique solution or infinite solution or no solution। ਦਿੱਤੀਆਂ ਹੋਈਆਂ ਸਮੀਕਰਨਾਂ ਵਿੱਚ ਜਾਂਚ ਕਰੋ ਕਿ ਸਮੀਕਰਨਾਂ ਦਾ ਵਿਲੱਖਣ ਹੱਲ ਹੈ ਜਾਂ ਅਨੇਕਾਂ ਹੱਲ ਨੇ ਜਾਂ ਕੋਈ ਹੱਲ ਨਹੀਂ ਹੈਗੇ। ਤਾਂ ਇਹਨੂੰ ਕੰਪੇਅਰ ਕਰਕੇ ਦੇਖਣ ਨੂੰ ਕਹਿ ਰਿਹਾ ਬੇਟੇ। A1/A2 ਕਰਾਂਗੇ ਤਾਂ ਕਿੰਨਾ ਆ ਗਿਆ, 2/4। B1/B2 ਕਰਾਂਗੇ ਤਾਂ ਕਿੰਨਾ ਆ ਗਿਆ, -3/-6। ਅਤੇ C1/C2 ਕਰਾਂਗੇ ਤਾਂ ਆਪਣੇ ਕੋਲ ਆ ਗਿਆ 8/9। ਜਿਹੜਾ ਕੁਛ ਕੱਟ ਰਿਹਾ ਹੈ ਬੇਟਾ ਜੀ ਉਹਨੂੰ ਘਟਾ ਲਓ। ਹਾਂਜੀ, ਦੁਬਾਰਾ ਲਿਖ ਰਹੀ ਹਾਂ ਮੈਂ। ਦੇਖੋ 2/2/4 ਆਇਆ ਸੀ, -3/-6 ਆਇਆ ਸੀ, ਅਤੇ 8/9 ਆਇਆ ਸੀ। ਹੁਣ ਇਹਦੇ ਵਿੱਚ 2 ਦੇ ਨਾਲ 4 ਕੱਟ ਰਿਹਾ ਹੈ, 3 ਦੇ ਨਾਲ 6 ਕੱਟ ਰਿਹਾ ਹੈ। ਤਾਂ ਪਹਿਲੇ 2 ਬਰਾਬਰ ਆ ਰਹੇ ਨੇ, 3rd ਵਨ ਬਰਾਬਰ ਨਹੀਂ ਆ ਰਿਹਾ। ਤਾਂ ਇਹਦੇ ਵਿੱਚ ਕਿਸ ਤਰ੍ਹਾਂ ਦਾ ਆਨਸਰ ਲਿਖੋਗੇ ਬੇਟਾ ਤੁਸੀਂ? ਹਾਂਜੀ ਦੱਸੋ, ਕਿਸ ਤਰ੍ਹਾਂ ਦਾ ਆਨਸਰ ਲਿਖੋਗੇ? ਇੱਧਰੋਂ ਦੇਖੋ, ਹਾਂਜੀ ਦੱਸੋ। ਯੈਸ, ਤਾਂ ਆਪਾਂ ਲਿਖਾਂਗੇ ਕਿ ਇਹ ਜਿਹੜੀਆਂ ਲਾਈਨਸ ਨੇ ਇਹ ਕੋਈ ਹੱਲ ਇਹਨਾਂ ਦਾ ਨਹੀਂ ਆਊਗਾ, ਕਿਉਂਕਿ ਪਹਿਲੇ 2 ਬਰਾਬਰ ਨੇ ਅਤੇ ਤੀਸਰਾ ਜਿਹੜਾ ਅਨੁਪਾਤ ਹੈ ਉਹ ਇਹਨਾਂ ਦੇ ਬਰਾਬਰ ਨਹੀਂ ਹੈਗਾ। ਜੇ ਉਹਨੇ ਪੁੱਛਿਆ ਹੁੰਦਾ ਕਿ ਰੇਖਾਵਾਂ ਕਿਸ ਤਰ੍ਹਾਂ ਦੀਆਂ ਬਣਨਗੀਆਂ, ਫਿਰ ਆਪਾਂ ਕਹਿੰਦੇ ਕਿ ਰੇਖਾਵਾਂ ਸਮਾਨਾਂਤਰ ਬਣਨਗੀਆਂ। ਠੀਕ ਹੈ ਬੇਟਾ ਜੀ, ਇਹ ਸਮਝ ਆ ਗਿਆ ਤੁਹਾਨੂੰ? ਚਲੋ ਇਹਦੀ ਹੋਮ ਅਸਾਈਨਮੈਂਟ 'ਤੇ ਇਹ ਦੋਨੋਂ ਸੇਮ ਕੁਐਸਚਨਸ ਨੇ ਬੇਟੇ। ਦੇਖੋ 2x - 3y = 8, 4x - 6y = ਇਹ ਸੇਮ ਨੇ ਬੇਟਾ। ਚਲੋ ਜੀ ਆਪਾਂ ਅਗਲੇ 'ਤੇ ਚੱਲੀਏ, ਡੇ 37 'ਤੇ। ਇਹਦੇ ਵਿੱਚ ਵੀ ਬੱਚੇ ਆਪਾਂ ਇਹੀ ਚੈੱਕ ਕਰਨਾ ਹੈ ਕਿ ਇਕੁਏਸ਼ਨਸ ਦਾ ਸੋਲਿਊਸ਼ਨ ਕਿਸ ਤਰ੍ਹਾਂ ਦਾ, ਯੂਨੀਕ ਹੈ, ਇਨਫਿਨਿਟ ਹੈ ਕਿ ਕੋਈ ਸੋਲਿਊਸ਼ਨ ਨਹੀਂ ਹੈਗਾ, ਵਿਲੱਖਣ ਹੱਲ ਹੈ, ਅਨੇਕਾਂ ਹੱਲ ਨੇ ਜਾਂ ਫਿਰ ਕੋਈ ਹੱਲ ਨਹੀਂ ਹੈਗਾ। ਕੰਪੇਅਰ ਕਰੋ ਬੇਟਾ।
ਇੱਥੇ 3 ਹੈ, ਇੱਥੇ 9 ਹੈ, ਜਿਹੜਾ A1 ਓਵਰ A2 ਹੈ। ਹੁਣ B1 ਅਤੇ B2 ਮਾਈਨਸ ਦਾ 4 ਓਵਰ ਮਾਈਨਸ ਦਾ 12, 5 ਅਤੇ 15, ਜਿਹੜਾ ਕੁਛ ਇਹਨਾਂ ਦਾ ਕੈਂਸਲ ਹੁੰਦਾ ਕਰ ਲਓ ਬੱਚੇ। ਦੇਖੋ ਜਦੋਂ ਤੁਸੀਂ ਇਹਨਾਂ ਨੂੰ ਘਟਾਇਆ ਤਾਂ ਸਾਰੇ ਹੀ 1 ਓਵਰ 3 ਦੇ ਇਕੁਅਲ ਆ ਗਏ। ਠੀਕ ਹੈ, ਤਾਂ ਜਦੋਂ ਸਾਰੇ ਹੀ ਬਰਾਬਰ ਹੁੰਦੇ ਨੇ ਤਾਂ ਉਹਦਾ ਕਿਸ ਤਰ੍ਹਾਂ ਦਾ ਹੱਲ ਹੁੰਦਾ ਬੇਟਾ? ਥੋੜ੍ਹਾ ਜਿਹਾ ਪਹਿਲਾਂ ਆਪ ਸੋਚ ਲਿਆ ਕਰੋ। ਅਨੇਕਾਂ ਹੱਲ, ਇਨਫਿਨਿਟ ਸੋਲਿਊਸ਼ਨਸ। ਕਲੀਅਰ ਹੋ ਗਿਆ? ਤਾਂ ਹੁਣ ਆਪਾਂ ਇਹਦਾ ਨੈਕਸਟ ਕੁਐਸਚਨ ਕਰ ਲਓ। ਦੇਖੋ A1 ਬਟੇ A2 ਕੀ ਹੈ? 6 ਓਵਰ 6। B1 ਓਵਰ B2 ਕੀ ਹੈ? 5 ਦੇ ਓਵਰ -5। ਫਿਰ -7 ਓਵਰ ਪਲੱਸ ਦਾ 14। ਦੇਖੋ 5 ਨਾਲ 5 ਕੱਟਦਾ, 6 ਨਾਲ 6 ਕੱਟਦਾ, 7 ਦੇ ਨਾਲ 14 ਕੱਟਦਾ। ਤਾਂ ਜੇ ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਨਾ ਤਾਂ ਸਾਈਡ 'ਤੇ ਦੁਬਾਰਾ ਇੱਕ ਲਾਈਨ ਵਧਾ ਕੇ ਆਨਸਰ ਲਿਖ ਲਿਆ ਕਰੋ। ਫਿਰ ਸੋਚ ਲਿਆ ਕਰੋ ਵੀ ਬਰਾਬਰ ਹੈਗੇ ਨੇ ਕਿ ਨਹੀਂ। ਇਹ ਤਿੰਨੋਂ ਬਰਾਬਰ ਨਹੀਂ ਹੈਗੇ। ਜਦੋਂ ਤਿੰਨੋਂ ਜਿਹੜੇ ਅਨੁਪਾਤ ਨੇ ਬਰਾਬਰ ਨਹੀਂ ਹੁੰਦੇ ਤਾਂ ਆਪਾਂ ਕੀ ਲਿਖਦੇ ਹਾਂ ਕਿ ਇੱਕ ਵਿਲੱਖਣ ਹੱਲ ਹੈ। ਕਲੀਅਰ ਹੋ ਗਿਆ ਬੱਚੇ ਇਹ? ਹਾਂਜੀ, ਆਪਾਂ ਇਹਦੀ ਹੁਣ ਹੋਮ ਅਸਾਈਨਮੈਂਟ 'ਤੇ ਚੱਲਦੇ ਹਾਂ। ਠੀਕ ਹੈ, ਇਹਦੇ ਵਿੱਚ ਆਪਾਂ ਨੂੰ ਇਹਨੇ ਇਕੁਏਸ਼ਨਾਂ ਹੱਲ ਕਰਨ ਲਈ ਵੀ ਕਹਿਤਾ ਕਿ ਪਹਿਲਾਂ ਤਾਂ ਚੈੱਕ ਕਰੋ ਕਿ ਹੱਲ ਕਿਸ ਤਰ੍ਹਾਂ ਦਾ ਹੈ, ਫਿਰ ਇਹਦੇ ਵਿੱਚ x ਅਤੇ y ਜਿਹੜੇ ਚੱਲ ਦਿੱਤੇ ਹੋਏ ਨੇ ਉਹਨਾਂ ਦਾ ਆਨਸਰ ਵੀ ਕੱਢੋ। ਤਾਂ ਚੈੱਕ ਕਰ ਲੈਂਦੇ ਹਾਂ। ਤਾਂ x ਦੇ ਮੂਹਰੇ ਦੇਖੋ ਗੁਣਾਂਕ ਕਿੰਨਾ ਹੈ? 1। ਤਾਂ ਆਪਾਂ 1/1 ਲਿਖ ਲਿਆ। ਅਤੇ ਇਹਦੇ ਗੁਣਾਂਕ ਕਿੰਨੇ ਨੇ? 1/-1। ਅਤੇ ਇਹਦੇ ਕੌਂਸਟੈਂਟ ਕਿਹੜੇ ਨੇ? 5/7। ਤਾਂ ਦੇਖੋ ਕੋਈ ਵੀ ਇੱਕ ਦੂਸਰੇ ਦੇ ਬਰਾਬਰ ਨਹੀਂ ਆਇਆ। ਤਾਂ ਇਹਦਾ ਮਤਲਬ ਆਪਣੇ ਕੋਲੇ ਕਿਸ ਤਰ੍ਹਾਂ ਦਾ ਸੋਲਿਊਸ਼ਨ ਹੈ ਜੀ? ਯੂਨੀਕ ਸੋਲਿਊਸ਼ਨ। ਜੇ ਯੂਨੀਕ ਸੋਲਿਊਸ਼ਨ ਹੈ ਤਾਂ ਆਪਾਂ ਇਹਨੂੰ ਹੱਲ ਵੀ ਕਰਨਾ। ਉਹਨੇ ਕਿਹਾ ਵੀ ਸੋਲਵ ਵੀ ਕਰੋ। ਤਾਂ ਸੋਲਵ ਕਰਨ ਦਾ ਤਰੀਕਾ ਸਿੱਖੋ। ਦੋਨੋਂ ਇਕੁਏਸ਼ਨਸ ਲਿਖੋ। ਇਹਦੇ ਵਿੱਚ ਪਲੱਸ ਦਾ y ਹੈ ਅਤੇ ਮਾਈਨਸ ਦਾ y ਹੈ, ਉਹ ਕੈਂਸਲ ਹੋ ਗਏ। x 1 ਅਤੇ 1 ਕਿੰਨੇ ਹੋ ਗਏ? 2x। 7 ਦੇ ਵਿੱਚ 5 ਜੋੜਾਂਗੇ 12। ਤਾਂ x ਕਿੰਨਾ ਆ ਜਾਊਗਾ? 12/2 ਕੱਟ ਕੇ ਆ ਗਿਆ ਆਪਣੇ ਕੋਲੇ 6। ਹੁਣ ਆਪਣੇ ਕੋਲੇ ਇੱਕ ਚੱਲ ਦਾ ਆਨਸਰ ਆ ਚੁੱਕਿਆ ਹੈ। ਇਸ ਆਨਸਰ ਨੂੰ ਆਪਾਂ ਜਾਂ ਤਾਂ ਫਸਟ ਇਕੁਏਸ਼ਨ ਦੇ ਵਿੱਚ ਭਰ ਦਿਓ ਜਾਂ ਸੈਕਿੰਡ ਦੇ ਵਿੱਚ, ਆਪਣੀ ਚੋਇਸ ਹੈ ਬੇਟੇ। ਆਨਸਰ ਸੇਮ ਹੀ ਆਊਗਾ। ਮੈਂ ਫਸਟ ਦੇ ਵਿੱਚ ਭਰ ਰਹੀ ਹਾਂ। x ਦਾ ਆਨਸਰ 6। ਬਾਕੀ ਜਿਹੜੀ ਇਕੁਏਸ਼ਨ ਉੱਦਾਂ ਹੀ ਹੈ। 6 ਆਪਾਂ ਉੱਧਰ ਲੈ ਗਏ। 5 ਚੋਂ 6 ਘਟਾਵਾਂਗੇ ਤਾਂ ਮਾਈਨਸ ਦਾ 1 ਆ ਜਾਊਗਾ। ਤਾਂ ਆਪਣੇ ਕੋਲੇ x ਅਤੇ y ਦੋਨਾਂ ਦੇ ਹੀ ਆਨਸਰ ਆ ਗਏ। x ਆਇਆ 6 ਅਤੇ y ਆਇਆ ਮਾਈਨਸ ਦਾ 1। ਦੇਖੋ ਬੇਟੇ ਸਮਝ ਆ ਗਿਆ? ਇਸ ਵਿਧੀ ਦਾ ਨਾਮ ਹੈ ਬੇਟੇ ਵਿਲੋਪਨ ਵਿਧੀ। ਕਿਹੜੀ ਵਿਧੀ? ਵਿਲੋਪਨ। ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਕਹਿ ਦਿੰਦੇ ਹਾਂ ਐਲੀਮੀਨੇਸ਼ਨ ਮੈਥਡ। ਵਿਲੋਪਨ ਤੇ ਐਲੀਮੀਨੇਸ਼ਨ। ਠੀਕ ਹੈ ਬੇਟਾ, ਸਮਝ ਆ ਗਿਆ ਇਹ? ਇਹਨੂੰ ਆਪਾਂ ਹੋਰ ਅੱਗੇ ਵਿਸਤਾਰ ਨਾਲ ਕਰਾਂਗੇ ਜਦੋਂ ਆਪਾਂ ਨੂੰ ਹੋਰ ਕੁਐਸਚਨਸ ਆਉਣਗੇ। ਹੁਣ ਇਸ ਤੋਂ ਬਾਅਦ ਆਪਾਂ ਆਪਣੇ ਨੈਕਸਟ ਡੇ ਦੇ ਕੰਮ 'ਤੇ ਚੱਲੀਏ। ਲਓ ਜੀ, ਤੁਹਾਨੂੰ ਹੁਣ ਇੱਥੇ ਸਟੇਟਮੈਂਟ ਵਾਲਾ ਕੁਐਸਚਨ ਦੇਤਾ ਇਹਨੇ। ਕਿਹਨੇ ਕਿਹਾ ਕਿ ਕੋਸਟ ਆਫ 3 ਪੈਂਟ ਐਂਡ 2 ਸ਼ਰਟ ਇਜ਼ ₹1300, ਮਤਲਬ 1300। ਤਾਂ ਹੁਣ ਤੁਸੀਂ ਸੋਚੋ ਵੀ ਤੁਸੀਂ ਬਾਜ਼ਾਰ 'ਚ ਗਏ ਹੋ, 3 ਪੈਂਟਾਂ ਅਤੇ 2 ਸ਼ਰਟਾਂ ਖਰੀਦ ਕੇ ਲੈ ਕੇ ਆਏ ਹੋ ਅਤੇ ਦੁਕਾਨਦਾਰ ਨੂੰ 1300 ਰੁਪਏ ਦੇਤੇ। ਅਤੇ ਜੇ ਇਹਨੂੰ ਸਮੀਕਰਨ ਦੇ ਰੂਪ ਵਿੱਚ ਲਿਖਣਾ ਹੋਵੇ ਤਾਂ ਤੁਸੀਂ ਕਿਸ ਚੀਜ਼ ਨੂੰ ਮੰਨੋਗੇ? ਇਹਨੇ 1 ਪੈਂਟ ਅਤੇ 1 ਸ਼ਰਟ ਦਾ ਮੁੱਲ ਪਤਾ ਕਰਨ ਲਈ ਕਿਹਾ ਤਾਂ ਆਪਾਂ ਇਹਨੂੰ ਹੀ ਮੰਨ ਲਵਾਂਗੇ। ਤਾਂ ਲੈਟ ਹਾਂਜੀ, ਲੈਟ cost of 1 pant is equal to x rupees, cost of 1 ਸ਼ਰਟ ਇਕੁਅਲ ਟੂ y। ਹੁਣ ਇਹਨੂੰ ਪੰਜਾਬੀ 'ਚ ਕਿਵੇਂ ਲਿਖੋਗੇ? 1 ਪੈਂਟ ਦੀ ਲਾਗਤ ਜਾਂ 1 ਪੈਂਟ ਦੀ ਕੀਮਤ ਬਰਾਬਰ ਹੈ x। ਮੰਨੋ 1 ਸ਼ਰਟ ਦੀ ਕੀਮਤ ਹੈ ਜਿਹੜੀ ਉਹ y। ਤਾਂ ਅਕੋਰਡਿੰਗ ਟੂ ਕੁਐਸਚਨ, ਪ੍ਰਸ਼ਨ ਦੀ ਸ਼ਰਤ ਅਨੁਸਾਰ ਆਪਾਂ ਨੂੰ ਕੀ ਕਹਿ ਰਿਹਾ ਹੈ ਕਿ 3 ਤਾਂ ਪੈਂਟਾਂ ਲਿੱਤੀਆਂ ਨੇ, 2 ਸ਼ਰਟਾਂ ਲਿੱਤੀਆਂ ਨੇ, ਟੋਟਲ ਪੈਸੇ ਉਹਦੇ ਇੰਨੇ ਲੱਗੇ ਨੇ। ਦੂਜੀ ਸ਼ਰਟ ਕੀ ਕਹਿ ਰਿਹਾ ਹੈ ਸ਼ਰਤ ਕਿ 2 ਤਾਂ ਪੈਂਟਾਂ ਲਿੱਤੀਆਂ ਨੇ, 4 ਸ਼ਰਟਾਂ ਲਿੱਤੀਆਂ ਨੇ,
ਤੇ ਪੈਸੇ ਉਹਦੇ 1400 ਲੱਗ ਗਏ। ਠੀਕ ਹੈ, ਤਾਂ ਆਪਾਂ ਇਹ ਦੋ ਇਕੁਏਸ਼ਨਸ ਲਿਖ ਲਈਆਂ। ਤਾਂ ਪਹਿਲਾਂ ਤੁਸੀਂ ਜਰਨਲ ਜਾਂ ਤਰੀਕਾ ਸਮਝ ਲਓ। ਜਿਵੇਂ ਜਿਵੇਂ ਮੈਂ ਚੈਪਟਰ ਦੀਆਂ ਹੋਰ ਵੀਡੀਓਜ਼ ਬਣਾਉਂਗੀ ਤਾਂ ਤੁਹਾਨੂੰ ਮੈਂ ਇਹਨੂੰ ਹੱਲ ਕਰਨ ਦੇ ਹੋਰ ਵੀ ਤਰੀਕੇ ਦੱਸੂਗੀ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਇੱਕ ਜਰਨਲ ਜਿਹਾ ਹੀ ਤਰੀਕਾ ਕਰਾਂਗੇ। ਵੈਸੇ ਤਾਂ ਇਹਦੇ 'ਚੋਂ ਕਾਮਨ ਕੱਢ ਕੇ ਵੀ ਸੋਲਵ ਹੋ ਸਕਦਾ, ਇੱਕ ਹੋਰ ਤਰੀਕੇ ਨਾਲ ਵੀ ਸੋਲਵ ਹੋ ਸਕਦਾ, ਪਰ ਇੱਥੇ ਮੈਂ ਤੁਹਾਨੂੰ ਸਿਰਫ ਇੱਕ ਜਰਨਲ ਤਰੀਕਾ ਹੀ ਦੱਸ ਰਹੀ ਹਾਂ। ਹਾਂਜੀ, ਮੈਂ ਦੁਬਾਰਾ ਲਿਖ ਰਹੀ ਹਾਂ ਇਕੁਏਸ਼ਨਸ। ਹਾਂਜੀ, ਤਾਂ ਇਹਨਾਂ ਨੂੰ ਹੱਲ ਕਿਵੇਂ ਕਰਨਾ ਬੇਟੇ, ਵਿਲੋਪਨ ਵਿਧੀ ਕਿਵੇਂ ਲਾਉਣੀ ਹੈ। ਹੁਣ ਇਹਦੇ ਨਾਲ ਦੇਖੋ ਗੁਣਾਂਕ ਕਿਹੜਾ ਹੈ 2, ਤਾਂ ਉੱਪਰਲੀ ਸਮੀਕਰਨ ਨੂੰ ਆਪਾਂ 2 ਨਾਲ ਗੁਣਾ ਕਰ ਦੇਣਾ। ਇਹਦਾ ਗੁਣਾਂਕ ਕਿਹੜਾ 3, ਇੱਧਰਲੀ ਸਮੀਕਰਨ ਨੂੰ ਆਪਾਂ 3 ਨਾਲ ਗੁਣਾ ਕਰ ਦੇਣਾ। ਤਾਂ ਇਹ ਕਿਉਂ ਕਰ ਰਹੇ ਹਾਂ, ਤਾਂ ਕਿ ਜਿਹੜੇ x ਦੇ ਗੁਣਾਂਕ ਨੇ, x ਦੇ ਕੋਫੀਸ਼ੈਂਟ ਨੇ, ਉਹ ਬਰਾਬਰ ਹੋ ਜਾਣ। ਤਾਂ ਪੂਰੀ ਦੀ ਪੂਰੀ ਸਮੀਕਰਨ ਨੂੰ ਕਰਨਾ ਬੇਟੇ। ਇਹ ਪਹਿਲੀ ਸਮੀਕਰਨ ਹੈ, ਦੂਜੀ ਸਮੀਕਰਨ ਹੈ। ਗੁਣਾ ਕਰੀਏ ਜੀ ਸ਼ੁਰੂ। ਤਾਂ ਉਰੇ ਆ ਗਿਆ ਆਪਣੇ ਕੋਲੇ 6x, ਜਦੋਂ ਇਹਨੂੰ ਮਲਟੀਪਲਾਈ ਕਰੋਗੇ ਫਿਰ 4y, ਜਦੋਂ ਇਹਨੂੰ ਇਸ ਡਿਜਿਟ ਨਾਲ ਮਲਟੀਪਲਾਈ ਕਰੋਗੇ ਫਿਰ ਅੱਗੇ 13 ਦੂਣਾ 26। ਅਗਲਾ ਦੇਖੋ 14 ਤੀਆ 42। ਹੁਣ ਦੇਖੋ ਆਪਣੇ ਕੋਲੇ x ਦੇ ਕੋਫੀਸ਼ੈਂਟ ਬਰਾਬਰ ਹੋ ਗਏ, x ਵਾਲੀ ਟਰਮ ਬਰਾਬਰ ਹੋ ਗਈ, ਪਰ ਉਹ ਕੱਟਦੀ ਨਹੀਂ। ਤਾਂ ਆਪਾਂ ਸਾਈਨ ਚੇਂਜ ਕਰ ਦਿਓ, ਕਿਉਂਕਿ ਆਪਣਾ ਮਕਸਦ ਹੈ ਇਹਨੂੰ ਵਿਲੋਪ ਕਰਨਾ, ख़त्म ਕਰਨਾ, ਐਲੀਮੀਨੇਟ ਕਰਨਾ। ਤਾਂ ਇਹਨੂੰ ਘਟਾਤਾ ਆਪਾਂ। ਠੀਕ ਹੈ, ਤਾਂ ਹੁਣ ਇੱਥੇ 12 ਸੀਗਾ ਬੇਟੇ, ਉਹ ਮੇਰੇ ਸਾਈਨ ਦੇ ਵਿੱਚ ਹੀ ਆ ਗਿਆ, 12 ਸੀ। ਤਾਂ 12 ਦੇ ਵਿੱਚੋਂ ਆਪਾਂ 4 ਘਟਾਏ ਨੇ, ਮਾਈਨਸ ਦਾ 8 ਆ ਗਿਆ। ਇੱਧਰ ਵੀ ਮਾਈਨਸ ਦੀ ਟਰਮ ਵੱਡੀ ਹੈ ਤਾਂ ਮਾਈਨਸ 'ਚ ਹੀ ਆਂਸਰ ਆਊਗਾ। ਇਹ ਆ ਜਾਊਗਾ ਆਪਣੇ ਕੋਲੇ 1600। ਠੀਕ ਹੈ ਜੀ, ਇਹ ਕੱਟ ਗਿਆ। ਇਹਨੂੰ ਘਟਾਵਾਂਗੇ 8 ਦੂਣੀ 16, ਤਾਂ y ਦਾ ਆਂਸਰ ਕਿੰਨਾ ਆ ਗਿਆ ਆਪਣੇ ਕੋਲੇ 200। ਹਾਂਜੀ, ਤਾਂ y ਆਪਾਂ ਕਿੰਨਾ ਕੱਢ ਲਿਆ 200। ਇਹਨੂੰ ਆਪਾਂ ਹੁਣ ਪਹਿਲੀ ਸਮੀਕਰਨ ਦੇ ਵਿੱਚ ਭਰ ਦਾਂਗੇ। ਸਮੀਕਰਨ 1 ਵਿੱਚ ਮੁੱਲ ਭਰਨ ਤੇ ਉਰੇ ਮੂਰੇ ਸਮੀਕਰਨ ਵੀ ਲਿਖ ਦਿਓ। ਹੁਣ ਪਹਿਲੀ ਸਮੀਕਰਨ ਹੈ ਕਿਹੜੀ ਸੀ, ਆਹ ਵਾਲੀ ਸੀ। ਇਹਦੇ ਵਿੱਚ ਹੁਣ y ਦਾ ਮੁੱਲ ਭਰ ਦਿਓ। ਹਾਂਜੀ, ਮਲਟੀਪਲਾਈ ਕਰੋ। ਘਟਾ ਲਓ। ਹੁਣ ਆਪਣੇ ਕੋਲੇ x ਆ ਜਾਏਗਾ 900/3 ਮਤਲਬ 300। ਤਾਂ ਆਪਣੇ ਕੋਲੇ ਜਿਹੜੀ ਪੈਂਟ ਪਈ ਹੈ ਬੇਟੇ ਉਹ 300 ਰੁਪਏ ਦੀ, ਅਤੇ ਸ਼ਰਟ ਪਈ ਹੈ ਆਪਣੀ 200 ਰੁਪਏ ਦੀ। ਅਤੇ ਜੇ ਹੁਣ ਆਪਾਂ ਨੂੰ ਲੱਗੇ ਕਿ ਆਂਸਰ ਸਹੀ ਕੱਢਿਆ ਹੈ ਜਾਂ ਗਲਤ ਕੱਢਿਆ ਹੈ, ਕਿਉਂਕਿ ਆਪਣੇ ਕੋਲ ਪੇਪਰ 'ਚ ਤਾਂ ਹੁਣ ਹੁੰਦਾ ਨਹੀਂ ਹੈ ਨਾ, ਆਂਸਰ ਦੱਸੇ ਨਹੀਂ ਹੁੰਦੇ ਨਾਲ, ਤਾਂ ਤੁਸੀਂ ਸਿਚੁਏਸ਼ਨ ਮੁਤਾਬਕ ਇਹਨੂੰ ਚੈੱਕ ਕਰ ਲਓ। ਜਿਵੇਂ ਆਪਾਂ ਦੂਜੀ ਸਿਚੁਏਸ਼ਨ 'ਚ ਚੈੱਕ ਕਰਦੇ ਹਾਂ, ਉਹਨੇ 2 ਪੈਂਟਾਂ ਲਿੱਤੀਆਂ ਸੀ, ਤਾਂ 2 ਪੈਂਟਾਂ ਦਾ ਮੁੱਲ ਕਿੰਨਾ ਹੋ ਗਿਆ 600 ਰੁਪਏ। ਉਹਨੇ 4 ਸ਼ਰਟਾਂ ਲਿੱਤੀਆਂ ਸੀ, ਤਾਂ 4 ਸ਼ਰਟਾਂ ਦਾ ਮੁੱਲ ਕਿੰਨਾ ਹੋ ਗਿਆ 4 ਦੂਣੀ 8, 800 ਰੁਪਏ। ਇਹਨਾਂ ਨੂੰ ਜੋੜਾਂਗੇ ਤਾਂ 8 6 14, 1400 ਰੁਪਏ। ਤਾਂ ਕੀ ਉਹ 1400 ਰੁਪਏ ਦੇ ਕੇ ਆਇਆ ਸੀ? ਤੁਸੀਂ ਕਹੋਗੇ ਯੈਸ। ਕਲੀਅਰ ਹੋ ਗਿਆ ਬੇਟੇ ਇਹ? ਤਾਂ ਇੱਦਾਂ ਤੁਸੀਂ ਆਪਣੇ ਆਂਸਰ ਨੂੰ ਵੀ ਚੈੱਕ ਕਰ ਸਕਦੇ ਹੋ। ਤਾਂ ਇਹਦੀ ਹੋਮ ਅਸਾਈਨਮੈਂਟ 'ਤੇ ਚੱਲੀਏ ਆਪਾਂ। ਇਹਦੇ ਵਿੱਚ ਵੀ ਸੇਮ ਸਿਚੁਏਸ਼ਨ ਦਿੱਤੀ ਵੀ ਹੈ। ਦੇਖੋ 5 ਬੈਟ ਅਤੇ 2 ਬੋਲਸ ਲਿੱਤੀਆਂ ਨੇ। ਹੁਣ ਤੁਸੀਂ ਮੰਨਣ ਵਾਲਾ ਕੰਮ ਤਾਂ ਆਪੇ ਕਰ ਲਓਗੇ ਨਾ, ਵੀ ਮੰਨੋ 1 ਬੈਟ ਦਾ ਮੁੱਲ, ਮੰਨੋ 1 ਬੋਲ ਦਾ ਮੁੱਲ y ਹੈ। ਠੀਕ ਹੈ, ਬੈਟ ਦਾ x ਮੰਨ ਲਓ, ਇੱਦਾਂ ਕਰਕੇ ਵੀ ਲੈਟ ਕੋਸਟ ਆਫ 1 ਬੈਟ ਇਕੁਅਲ ਟੂ x। ਤਾਂ ਮੈਂ ਸਿੱਧੀਆਂ ਇਕੁਏਸ਼ਨਸ ਹੀ ਲਿਖਦੀ ਹਾਂ। ਜਿੱਦਾਂ ਉਹਨੇ 5 ਬੈਟ ਲਿੱਤੇ ਨੇ, ਬੈਟ ਨੂੰ ਮੈਂ x ਮੰਨਿਆ ਅਤੇ ਬੋਲ ਨੂੰ ਮੈਂ y ਮੰਨਿਆ। ਠੀਕ ਹੈ, ਅਤੇ 600 ਰੁਪਇਆ ਲੱਗ ਗਿਆ ਉਹਦਾ ਜਦੋਂ ਇਹ ਚੀਜ਼ਾਂ ਲੈ ਕੇ ਆਇਆ। ਦੂਸਰੀ ਸਿਚੁਏਸ਼ਨ ਦੇ ਵਿੱਚ ਉਹਨੇ 3 ਬੈਟ ਲਿੱਤੇ ਨੇ, 4 ਬੋਲਸ ਲਿੱਤੀਆਂ ਨੇ, ਅਤੇ ਉਹਦੇ 500 ਰੁਪੀਜ਼ ਲੱਗ ਗਏ। ਤਾਂ ਇੱਥੇ ਵੀ ਆਪਾਂ ਬੇਟਾ ਜੀ ਵਿਲੋਪਨ ਵਿਧੀ ਨਾਲ ਹੱਲ ਕਰ ਸਕਦੇ ਹਾਂ। ਪਹਿਲੀ ਸਮੀਕਰਨ ਇਹ ਹੈ, ਦੂਜੀ ਸਮੀਕਰਨ ਇਹ ਹੈ। ਪਹਿਲੀ ਸਮੀਕਰਨ ਨੂੰ ਆਪਾਂ ਕਿਹਦੇ ਨਾਲ ਗੁਣਾ ਕਰਨਾ ਹੈ 3 ਨਾਲ, ਅਤੇ ਦੂਜੀ ਨੂੰ ਕਾਹਦੇ ਨਾਲ ਗੁਣਾ ਕਰਨਾ ਹੈ 5 ਨਾਲ। ਫਿਰ ਇਹ ਗੁਣਾਂਕ ਬਰਾਬਰ ਹੋ ਜਾਣਗੇ। ਕਰੀਏ ਜੀ ਗੁਣਾ ਆਪਾਂ। ਹਾਂਜੀ, ਗੁਣਾ ਕਰ ਚੁੱਕੇ ਹਾਂ। ਹੁਣ ਦੇਖੋ ਹੱਲ ਕਰਨਾ ਹੈ। ਸਾਈਨ ਚੇਂਜ ਕਰ ਦਿਓ। 15 15 ਵਾਲੀ ਰਕਮ ਜਿਹੜੀ ਸੀ x ਵਾਲੀ ਕੱਟ ਗਈ,
20 ਚੋਂ 6 ਘਟਾਵਾਂਗੇ ਮਾਈਨਸ ਦੇ 14 ਬਚ ਜਾਣਗੇ ਬੱਚੇ। 2500 ਦੇ ਵਿੱਚੋਂ ਜਦੋਂ ਆਪਾਂ 1800 ਘਟਾਵਾਂਗੇ ਤਾਂ 700 ਬਚ ਜਾਏਗਾ। ਨੈਗੇਟਿਵ ਨਾਲ ਨੈਗੇਟਿਵ ਕੈਂਸਲ ਹੋ ਗਿਆ ਤੇ y ਦਾ ਆਨਸਰ ਆ ਜਾਏਗਾ 700/14। ਤਾਂ 14 5 ਹੁੰਦਾ 70। ਤਾਂ ਆਪਣੇ ਕੋਲੇ ਜਿਹੜਾ ਬੋਲ ਦਾ ਮੁੱਲ ਹੈ ਉਹ ਆ ਚੁੱਕਿਆ ਬੱਚੇ, ਉਹ ਹੈਗਾ 50 ਰੁਪਏ। ਤਾਂ ਹੁਣ ਇਹ 50 ਰੁਪਏ ਨੂੰ ਆਪਾਂ ਕਿਸੇ ਵੀ ਇਕੁਏਸ਼ਨ ਦੇ ਵਿੱਚ ਪੁੱਟ ਕਰ ਲਓ। ਮੈਂ 1 'ਚ ਪੁੱਟ ਕਰ ਰਹੀ ਹਾਂ। 1 ਕਿਹੜੀ ਸੀ ਆਪਣੀ? ਇਹ ਵਾਲੀ ਇਕੁਏਸ਼ਨ ਸੀਗੀ। ਹੁਣ ਇਹਦੇ ਵਿੱਚ ਆਪਾਂ y ਦੀ ਥਾਂ 'ਤੇ ਕਿੰਨਾ ਭਰਨਾ ਹੈ? 50। ਹਾਂਜੀ, ਸੇਮ ਉਸੇ ਪੈਟਰਨ 'ਤੇ ਆਪਾਂ ਇਕੁਏਸ਼ਨਸ ਨੂੰ ਸੋਲਵ ਕਰਦੇ ਜਾਣਾ ਹੈ। ਇਹਨੂੰ ਘਟਾ ਲਓ ਜੀ। ਤਾਂ ਆਪਣੇ ਕੋਲੇ ਬੈਟ ਦਾ ਮੁੱਲ ਜਿਹੜਾ ਆ ਗਿਆ ਉਹ 100 ਰੁਪਏ ਆ ਗਿਆ। ਤਾਂ ਆਪਾਂ ਹੁਣ ਲਿਖਾਂਗੇ ਕਿ ਜਿਹੜੀ ਕੋਸਟ ਆਫ 1 ਬੈਟ ਹੈ ਉਹ ਤਾਂ 100 ਰੁਪੀਜ਼ ਆ ਗਈ ਅਤੇ ਕੋਸਟ ਆਫ 1 ਬੋਲ ਜਿਹੜੀ ਹੈ ਉਹ 50 ਰੁਪੀਜ਼ ਆਈ ਹੈ। ਹੁਣ ਆਪਾਂ ਆਨਸਰ ਸਹੀ ਕੱਢਿਆ ਜਾਂ ਨਹੀਂ ਉਹਨੂੰ ਆਪਾਂ ਚੈੱਕ ਕਰ ਲੈਂਦੇ ਹਾਂ। ਚਲੋ ਦੇਖੋ ਕੀ ਕੀ ਖਰੀਦ ਕੇ ਲਿਆਇਆ ਸੀ। 5 ਤਾਂ ਬੈਟ ਲਿੱਤੇ ਸੀ, ਤਾਂ 5 ਬੈਟ ਕਿੰਨੇ ਰੁਪਏ ਦੇ ਬਣ ਗਏ? 500 ਰੁਪਏ ਦੇ। 2 ਬੋਲਾਂ ਲੈ ਕੇ ਆਇਆ ਸੀ, ਤਾਂ 2 ਬੋਲਾਂ ਕਿੰਨੇ ਦੀਆਂ ਬਣ ਗਈਆਂ? 100 ਰੁਪਏ ਦੀਆਂ। ਤਾਂ ਜਦੋਂ ਜੋੜੋਂਗੇ 600, ਤਾਂ ਕੀ ਉਹ 600 ਰੁਪਇਆ ਹੀ ਦੇ ਕੇ ਆਇਆ ਸੀ? ਯੈਸ, ਤਾਂ ਉਹ 600 ਰੁਪਇਆ ਹੀ ਦੇ ਕੇ ਆਇਆ ਸੀ ਇਹਨਾਂ ਚੀਜ਼ਾਂ ਦਾ। ਤਾਂ ਬੇਟਾ ਇਸ ਤਰ੍ਹਾਂ ਤੁਸੀਂ ਸਮ ਨੂੰ ਸੋਲਵ ਕਰਕੇ ਐਲੀਮੀਨੇਸ਼ਨ ਮੈਥਡ ਲਗਾ ਕੇ ਆਨਸਰ ਕੱਢ ਸਕਦੇ ਹੋ। ਅਤੇ ਆਨਸਰ ਤੁਹਾਡਾ ਸਹੀ ਹੈ ਜਾਂ ਨਹੀਂ ਉਹਨੂੰ ਤੁਸੀਂ ਸਿਚੁਏਸ਼ਨ ਦੇ ਅਕੋਰਡਿੰਗਲੀ ਚੈੱਕ ਵੀ ਕਰ ਸਕਦੇ ਹੋ। ਤਾਂ ਮੈਨੂੰ ਆਸ ਹੈ ਬੇਟੇ ਤੁਹਾਨੂੰ ਇਹ ਵਾਲੀ ਸ਼ੀਟ 10 ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਬੇਟਾ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਕਰ ਦਿਓ, ਠੀਕ ਹੈ। ਜੇ ਜ਼ਿਆਦਾ ਪਸੰਦ ਆਈ ਹੈ ਤਾਂ ਸ਼ੇਅਰ ਕਰ ਦਿਓ, ਠੀਕ ਹੈ ਬੱਚੇ। ਅਤੇ ਇਸ ਤੋਂ ਬਾਅਦ ਆਪਾਂ ਮਿਲਦੇ ਹਾਂ ਤੁਹਾਨੂੰ ਮੈਂ ਇਹ ਤੋਂ ਬਾਅਦ ਜਿਹੜਾ ਚੈਪਟਰ ਹੈ ਬੇਟੇ ਆਪਣੇ ਸਿਲੇਬਸ ਦੇ ਅਕੋਰਡਿੰਗਲੀ ਮੈਂ ਦੇਖਦੀ ਹਾਂ ਕਿਹੜਾ ਜਿਹੜਾ ਥੋੜ੍ਹੇ ਜਿਹੇ ਟਾਈਮ 'ਚ ਤੁਸੀਂ ਛੇਤੀ ਸਿੱਖ ਸਕੋ ਉਸ ਚੈਪਟਰ ਦੀ ਵੀਡੀਓ ਬਣਾ ਕੇ ਮੈਂ ਅਪਲੋਡ ਕਰੂੰਗੀ। ਤਦ ਤੱਕ ਲਈ ਬੇਟਾ ਆਪਣਾ ਖਿਆਲ ਰੱਖੋ। ਬਾਏ ਬਾਏ।